कल तो ਇਹ ਗੱਲਾਂ ਹੋ ਰਹੀਆਂ ਸਨ ਕਿ ਜੀ ਜੇ ਸਾਨੂੰ 200 ਦਾ ਟਾਰਗੇਟ ਲੱਭ ਗਿਆ ਤੇ ਪਾਕਿਸਤਾਨ ਵਾਸਤੇ ਬਹੁਤ ਔਖਾ ਹੋ ਜਾਏਗਾ ਤੇ ਅਸੀਂ ਤੇ ਮਾਸ਼ਾਅੱਲਾ 120 ਵੀ ਮੁਸ਼ਕਿਲ ਨਾਲ ਕੀਤਾ ਹੈ ਸਕੋਰ ਸੀ। ਬਾਬਰ ਆਜ਼ਮ ਦੇ ਇਲਾਵਾ ਤੇ ਕੋਈ ਸਾਡਾ ਖਿਡਾਰੀ ਚੱਲ ਹੀ ਨਹੀਂ ਸਕਿਆ। ਕਿਹਨੂੰ ਜ਼ਿੰਮੇਦਾਰ ਸਮਝਦੇ ਤੁਸੀਂ ਪਾਕਿਸਤਾਨ ਦੀ ਹਾਰ ਦਾ? जी बहुत शुक्रिया मुफाज तुहाडा एक मरतबा फिर तुसी कहा कि असी ते 120 बड़ी मुश्किल नाल बनाए ने ते बाबर आजम दा शुक्रिया ते नाल तुसी मोहम्मद अब्बास दा भी शुक्रिया अदा करो जिन्हां ने कोई थल्लों आके कोई थोड़े बहुत चौके मारे तो थोड़ा तेज खेडिया ते साडा स्कोर 120 तक पहुंच गया। यानी कि हालत आ गई है। तुसी देखो कि साडे जिहड़े बॉलर्स हैगे ने ਉਹ ਥੱਲੋਂ ਆ ਕੇ ਕੁਝ ਪਰਫਾਰਮ ਕਰਦੇ ਪਏ ਨੇ ਲੇਕਿਨ ਟੌਪ ਆਰਡਰ ਜਿਹੜਾ ਸਾਡਾ ਹੈਗਾ ਇਸ ਵਕਤ ਉਹ ਬਿਲਕੁਲ ਹੀ ਪਰਫਾਰਮ ਨਹੀਂ ਕਰ ਰਿਹਾ। ਅੱਛਾ ਤੇ ਹੁਣ ਤੁਸੀਂ ਦੇਖੋ ਟੈਸਟ ਮੈਚ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਕਾਰਕਿਰਦਗੀ ਹੈ ਮੁਸਲਸਲ ਗਿਰ ਰਹੀ ਹੈ ਜੀ। ਅਸੀਂ ਟੈਸਟ ਮੈਚ ਦੇ ਵਿੱਚ ਉਸ ਤਰੀਕੇ ਨਾਲ ਪਰਫਾਰਮ ਨਹੀਂ ਕਰ ਰਹੇ। ਟੈਸਟ ਚੈਂਪੀਅਨਸ਼ਿਪ ਦੀ ਜਿਹੜੀ ਇੱਕ ਰੈਂਕਿੰਗ ਹੈ ਉਹਦੇ 4 ਤੇ ਛੱਡੋ ਅਸੀਂ ਬਹੁਤ ਥੱਲੇ ਫਾਲ ਕਰਦੇ ਪਏ ਹਾਂ ਇਸ ਵੇਲੇ। ਬਿਲਕੁਲ कोई कह सकता है कि पाकिस्तानी टीम इस हाल तक पहुंच सकती है। मैं तो हुणी मैनू डर लगता कि इत्थे साडा ओही हाल ना हो जाए कि जिहड़ा हाल हॉकी नाल होया ओही हाल जिहड़ा हैगा पाकिस्तान नाल ना हो जाए। दूसरी सब तो वड्डी गल है कि देखो तुसी टीम दे विच कप्तान एक नूं कढ दिओ एक नूं लै आओ एक दे कोलों कप्तानी लै लो दूजे नूं दे दिओ। इस तरह टीम कदे ठीक नहीं होनी। ਇਹ ਕਹਿੰਦੇ ਨੇ ਨਾ ਇਹ ਟ੍ਰੀਟਮੈਂਟ ਨਹੀਂ ਹੈਗਾ। ਇਹ ਟ੍ਰੀਟਮੈਂਟ ਨਹੀਂ, ਇਹ ਸਿਰਫ ਇਹ ਹੈ ਕਿ ਇੱਕ ਇੱਟ ਨੂੰ ਉੱਥੋਂ ਪੁੱਟ ਕੇ ਦੂਜੀ ਜਗ੍ਹਾ ਲਾਤਾ ਦੂਜੀ ਨੂੰ ਪੁੱਟ ਕੇ ਤੀਜੀ ਜਗ੍ਹਾ ਲਾਤਾ। ਇਹ ਗੱਲ ਨਹੀਂ ਹੋਣੀ। ਤੁਸੀਂ ਦੇਖੋ ਕਿ ਸਾਡੀ ਇੱਕ ਮੈਨੇਜਮੈਂਟ ਸਾਡਾ ਜਿਹੜਾ ਸਿਲੈਕਸ਼ਨ ਕਮੇਟੀ ਹੈ ਆਕਿਬ ਜਾਵੇਦ ਹੈਗੇ ਨੇ। ਫਿਰ ਤੁਸੀਂ ਵੇਖੋ ਕਿ ਹੁਣੀ ਸਾਡੀ ਜਿਹੜੀ ਟੈਸਟ ਕ੍ਰਿਕਟ ਹੈ ਨਾ ਉਹ ਇਹ ਇੱਕ ਐਸੀ ਕ੍ਰਿਕਟ ਹੈ ਕਿ ਇਹਦੇ ਵਿੱਚ ਟੈਕਨੀਕੈਲਿਟੀਜ਼ ਬਹੁਤ ਜ਼ਿਆਦਾ ਮੈਟਰ ਕਰਦੀਆਂ ਨੇ। ਯਾਨੀ ਕਿ ਟੈਕਨੀਕਲ ਤੁਹਾਨੂੰ ਬੈਟਰ ਚਾਹੀਦੇ ਹੁੰਦੇ ਨੇ, ਟੈਕਨੀਕਲ ਬੋਲਰ ਚਾਹੀਦੇ ਹੁੰਦੇ ਨੇ ਕਿਉਂਕਿ 5 ਦਿਨ ਦਾ ਖੇਡ ਹੈ। 5 ਦਿਨ ਦੇ ਖੇਡ ਦੇ ਅੰਦਰ ਜਿਸ ਬੋਲਰ ਕੋਲ ਦਿਮਾਗ ਹੋਏਗਾ ਜਿਸ ਬੋਲਰ ਕੋਲ ਪੇਸ ਹੋਏਗੀ ਫਾਸਟ ਬੋਲਰ ਕੋਲ ਤੇ ਜਿਸ ਸਪਿਨਰ ਕੋਲ ਅੱਛਾ ਸਪਿਨ ਹੋਏਗਾ ਕਿ ਮੈਂ ਅਗਰ ਇੱਕ ਬੈਟਰ ਜਾਂ ਇੱਕ ਪਾਰਟਨਰਸ਼ਿਪ ਲੱਗੀ ਹੈ ਮੈਂ ਉਹਨੂੰ ਤੋੜਨਾ ਕਿਵੇਂ ਹੈ ਜਦੋਂ ਤੱਕ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਇਹ ਗੱਲ ਮੇਰੀ ਯਾਦ ਰੱਖਣਾ। ਹੁਣ ਸਿਰਫ ਅਗਰ ਤੁਹਾਡੀ ਟੀਮ ਦੇ ਵਿੱਚ ਬਾਬਰ ਆਜ਼ਮ ਹੈ ਜੀ ਤੇ ਤੁਸੀਂ ਸਮਝਦੇ ਹੋ ਕਿ ਬਸ ਠੀਕ ਹੈ ਬਾਬਰ ਆਜ਼ਮ ਕਾਫੀ ਹੈ ਬਾਕੀ ਤੁਸੀਂ ਜੋ ਮਰਜ਼ੀ ਪਾ ਲਓ ਕੋਈ ਮੈਟਰ ਨਹੀਂ ਕਰਦਾ। ਨਹੀਂ, ਟੀਮਾਂ ਕਦੀ ਵੀ ਇਸ ਤਰ੍ਹਾਂ ਨਹੀਂ ਚੱਲਦੀਆਂ। ਟੀਮਾਂ ਦੇ ਵਿੱਚ ਪੂਰੇ ਖਿਡਾਰੀ ਪਰਫਾਰਮ ਕਰਦੇ ਨੇ ਜੀ। ਮੈਨੂੰ ਬੜੀ ਹੈਰਾਨਗੀ ਹੋ ਰਹੀ ਸੀ ਆਪਣੇ ਫਾਸਟ ਬੋਲਰ ਵੇਖ ਕੇ। ਅਲੀ ਨੇ ਫਿਰ ਵੀ ਚਲੋ ਮੈਨੂੰ ਖੁਸ਼ੀ ਹੋਈ ਕਿ ਉਹ ਜ਼ੋਰ ਵੀ ਲਾ ਰਿਹਾ ਸੀ ਬੋਲ ਵੀ ਕਰ ਰਿਹਾ ਸੀ ਲੇਕਿਨ अब्बास एक मीडियम पेस बॉलर है ਉਹਦੇ ਕੋਲ पेस नहीं है। ਉਹ ਸਿਰਫ ਆਪਣੀ ਵੇਰੀਏਸ਼ਨ ਦੇ ਉੱਤੇ ਖੇਡਦਾ ਹੈ ਲਾਈਨ ਲੈਂਥ ਦੇ ਉੱਤੇ ਖੇਡਦਾ ਹੈ ਉਦੋਂ ਤੋਂ ਹੀ ਵਿਕਟਾਂ ਕੱਢਦਾ ਹੈ ਤੇ ਉੱਥੋਂ ਹੀ ਬੈਟਸਮੈਨ ਨੂੰ ਪਸੰਦ ਹੈ ਉਹ। ਲੇਕਿਨ ਉਸ ਤੋਂ ਇਲਾਵਾ ਕੋਈ ਪੇਸ ਵਾਲਾ ਬੋਲਰ ਮੈਨੂੰ ਦੱਸੋ ਨਾ ਮੁਹੰਮਦ ਅਲੀ ਦੀ ਪੇਸ ਆ ਰਹੀ ਹੈ ਨਾ ਖੁਰਮ ਸ਼ਹਜ਼ਾਦ ਦੀ ਪੇਸ ਆ ਰਹੀ ਹੈ ਨਾ ਆਮਿਰ ਜਮਾਲ ਦੀ ਪੇਸ ਆ ਰਹੀ ਹੈ। ਉਹ ਯਾਰ ਟੈਸਟ ਕ੍ਰਿਕਟ ਦੇ ਵਿੱਚ ਉੱਥੇ ਤੁਸੀਂ ਦੇਖੋ ਨਾ ਕਿੰਨਾ ਰੋਚ ਉਹਨਾਂ ਦਾ ਕਿੰਨਾ ਪੁਰਾਣਾ ਖਿਡਾਰੀ ਹੈ। ਹਾਲਾਂਕਿ ਪੇਸ ਉਹਦੇ ਕੋਲ ਵੀ ਨਹੀਂ ਹੈਗੀ ਸੀ ਲੇਕਿਨ ਜਿਸ ਤਰੀਕੇ ਨਾਲ ਉਹਨੇ ਮੈਂ ਤੁਹਾਨੂੰ ਪਹਿਲੇ ਵੀ ਗੱਲ ਕੀਤੀ ਹੈ ਕਿ ਟੈਸਟ ਕ੍ਰਿਕਟ ਦੇ ਵਿੱਚ ਟੈਕਨੀਕੈਲਿਟੀਜ਼ ਐਕਸਪੀਰੀਅੰਸ ਇਹ ਬੜਾ ਮੈਟਰ ਕਰਦਾ ਕਿ ਅਸੀਂ ਬੈਟਰ ਨੂੰ ਫੜਨਾ ਕਿਵੇਂ। ਅਜ਼ਾਨ ਉਵੈਸ ਜਿਹੜਾ ਹੈਗਾ ਸੀ ਅਵੈਸ ਜਿਹੜਾ ਮੁੰਡਾ ਓਪਨ ਕਰਦਾ ਪਿਆ ਸੀ ਉਹ ਤੁਸੀਂ ਉਹਦੀ ਵਿਕਟ ਤੁਸੀਂ ਪਹਿਲੀ ਇਨਿੰਗ ਦੇ ਵਿੱਚ ਵੇਖੀ ਉਹਨੇ ਕਿਸ ਤਰੀਕੇ ਨਾਲ ਬਿਲਕੁਲ ਅਵੈਸ ਨੂੰ ਆਊਟ ਕੀਤਾ ਹੈ ਕਿ ਰੋਚ ਨੇ। ਪਹਿਲੇ ਜਿਹੜਾ ਬੋਲ ਉਹਨੇ 8 ਜਾਂ 9 ਬੋਲ ਕੀਤੀਆਂ ਨੇ ਸਾਰੀਆਂ ਉਹਨੇ ਕਢਾਈਆਂ ਨੇ ਉਹਨੂੰ ਆਊਟ ਸਵਿੰਗ ਲੇਕਿਨ ਇੱਕ ਹੀ ਬੋਲ ਉਹਨੇ ਖੇਡੀ ਉਹਨੂੰ ਪਤਾ ਸੀ ਫਸ ਗਿਆ ਇਸ ਵੇਲੇ ਹੁਣ ਮੈਂ ਸਿਰਫ ਇੱਕ ਇਨ ਸਵਿੰਗ ਮਾਰਨੀ ਹੈ ਤੇ ਇਹਨੇ ਆਊਟ ਹੋ ਜਾਣਾ ਤੇ ਉਹੀ ਹੋਇਆ। ਉਹਨੇ ਡੰਡਿਆਂ ਦੇ ਵਿੱਚ ਬਿਲਕੁਲ ਮਿਡਲ ਦੇ ਉੱਤੇ ਬੋਲ ਕੀਤੀ ਇਨ ਸਵਿੰਗ ਦੇ ਨਾਲ ਤੇ ਬੋਲਡ ਹੋ ਗਿਆ। ਕਹਿਣ ਦਾ ਮਕਸਦ ਹੈ ਟੈਸਟ ਕ੍ਰਿਕਟ ਇੱਕ ਪੇਸ਼ੈਂਸ ਵਾਲੀ ਕ੍ਰਿਕਟ ਹੈਗੀ ਹੈ। ਤੁਸੀਂ ਬੜਾ ਤੁਹਾਨੂੰ ਸਬਰ ਕਰਨਾ ਪੈਂਦਾ ਇਹਦੇ ਵਿੱਚ। ਤੁਹਾਨੂੰ ਅਗਰ ਬੋਲਰ ਹੈ ਉਹਨੂੰ ਵੇਖਣਾ ਪੈਂਦਾ ਕਿ ਮੈਂ ਬੈਟਰ ਦੀ ਪਾਰਟਨਰਸ਼ਿਪ ਕਿਵੇਂ ਤੋੜਨੀ ਹੈ। ਹੁਣ ਤੁਸੀਂ ਦੇਖੋ ਕਿ ਪਹਿਲੀ ਇਨਿੰਗ ਦੇ ਵਿੱਚ ਤੁਸੀਂ ਵੈਸਟ ਇੰਡੀਜ਼ ਦੇ ਜਿਹੜੇ ਟੌਪ ਆਰਡਰ ਸਨ ਉਹਨਾਂ ਨੂੰ ਫੜ ਲਿਆ ਸੀ ਤਕਰੀਬਨ ਤੁਸੀਂ 210 ਦੇ ਉੱਤੇ ਤੁਸੀਂ ਉਹਨਾਂ ਦੇ ਵਿੱਚ 6 ਆਊਟ ਕਰਦੇ ਸਨ ਲੇਕਿਨ ਥੱਲੋਂ ਆ ਕੇ ਤੁਹਾਨੂੰ ਸੁਭਾਸ਼ ਜੋਸਫ ਮਾਰ ਗਿਆ। ਯਾਨੀ ਕਿ ਉਹਨਾਂ ਦੇ ਬੋਲਰ ਤੁਹਾਨੂੰ ਮਾਰਦੇ ਪਏ ਨੇ ਕਦੇ ਕਿਵੇਂ ਰੋਸ਼ ਮਾਰ ਦਿੰਦਾ ਹੈ ਤੇ ਇਹ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਤੁਹਾਡੇ ਅੱਛੇ ਬੋਲਰ ਅਗਰ ਕਿੰਨਾ ਅਲਾਰਮਿੰਗ ਹੈਗਾ। ਸਾਡੇ ਕੋਲ ਕੋਈ ਬੋਲਰ ਹੈ ਹੀ ਨਹੀਂ 150 ਵਾਲਾ 149 ਚਲੋ ਅਲੀ ਰਜ਼ਾ ਕਰ ਲੈਂਦਾ ਲੇਕਿਨ ਉਹ ਸਕੁਆਡ ਵਿੱਚ ਸ਼ਾਮਿਲ ਕਿਉਂ ਨਹੀਂ ਹੈ ਕਿਸੇ ਨੂੰ ਨਹੀਂ ਪਤਾ। ਜਿੱਦਾਂ ਤੁਸੀਂ ਅब्बास ਦੀ ਗੱਲ ਕਰਦੇ ਪਏ ਉਹਨਾਂ ਕੋਲ ਵੇਰੀਏਸ਼ਨ ਹੈ ਲੇਕਿਨ ਉਹਨਾਂ ਦੀ ਬੋਲ ਵੀ ਕੀਪਰ ਤੱਕ ਨਹੀਂ ਪਹੁੰਚਦੀ ਪਈ ਸੀਗੀ। ਮੁਹੰਮਦ ਅਲੀ ਦੀ ਅਸੀਂ ਗੱਲ ਕਰੀਏ ਖੁਰਮ ਸ਼ਹਜ਼ਾਦ ਦੀ ਮਤਲਬ ਬੰਗਲਾਦੇਸ਼ ਦੇ ਜਿਹੜੇ ਬੋਲਰ ਨੇ ਉਹ ਸਾਡੇ ਨਾਲ ਜ਼ਿਆਦਾ ਮਜ਼ਬੂਤ ਅਸੀਂ ਇਹ ਕਹਿਣ ਉੱਤੇ ਮਜਬੂਰ ਹੋ ਗਏ। ਅਸੀਂ ਨਾਹਿਦ ਰਾਣਾ ਦੀ ਗੱਲ ਕਰੀਏ ਉਹ ਤਾਂ 150 ਤੋਂ ਘੱਟ ਵੈਸੇ ਹੀ ਬੋਲ ਨਹੀਂ ਕਰਦਾ। ਅਸੀਂ ਤਾਂ ਸਾਡੀ ਮਿੱਟੀ ਬੜੀ ਜ਼ਰਖੇਜ਼ ਹੁੰਦੀ ਸੀ ਬੋਲਿੰਗ ਦੇ ਮਾਮਲੇ ਵਿੱਚ ਕਿਉਂ ਅਸੀਂ ਪਿੱਛੇ ਰਹਿ ਗਏ।
ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ, ਅਲਾਰਮਿੰਗ ਨਹੀਂ ਹੈ। ਤੇ ਹੁਣ ਅਲਾਰਮਿੰਗ ਤੋਂ ਉੱਤੇ ਗੱਲ ਚਲੀ ਗਈ ਹੈ, ਪਾਣੀ ਟੱਪ ਗਿਆ ਹੁਣ। ਉਹ ਕਹਿੰਦੇ ਨੇ ਨਾ ਕਿ ਪਾਣੀ ਹੁਣੀ ਪਹੁੰਚ ਰਿਹਾ, ਉਹ ਤੇ ਗੱਲ ਖਤਮ ਹੋ ਗਈ, ਪਾਣੀ ਟੱਪ ਗਿਆ ਹੁਣ। ਲੇਕਿਨ ਇਹਨਾਂ ਨੂੰ ਹੋਸ਼ ਨਹੀਂ ਆ ਰਹੀ, ਮੈਨੂੰ ਸਮਝ ਨਹੀਂ ਆ ਰਹੀ ਵਾਕਈ। ਉਹ ਕਹਿੰਦੇ ਨੇ ਖਿਲਾੜੀਆਂ ਨੂੰ ਬਦਲਣ ਤੋਂ ਅਗਰ ਟਾਈਮ ਮਿਲੇ ਨਾ, ਤੁਸੀਂ ਜ਼ਰਾ ਮੈਨੇਜਮੈਂਟ ਨੂੰ ਵੀ ਹਿਲਾ ਕੇ ਵੇਖ ਲਓ। ਜਿਹੜੇ ਪੁਰਾਣੇ ਤੁਸੀਂ ਬਾਬੇ ਬਿਠਾਏ ਨੇ ਜਾਂ ਇਨਐਕਸਪੀਰੀਅੰਸ ਲੋਕ ਬਿਠਾਏ ਨੇ, ਉਹਨਾਂ ਨਾਲ ਕੋਈ ਫਾਇਦਾ ਨਹੀਂ ਹੋਣਾ ਯਾਰ। ਸਰਫਰਾਜ਼ ਬਹੁਤ ਅੱਛਾ, ਇੱਕ ਤੁਹਾਡੇ ਕੋਲ ਟੈਲੈਂਟ ਜ਼ਰੂਰ ਹੈ ਕੋਚਿੰਗ ਸਟਾਫ ਦੇ ਵਿੱਚ, ਲੇਕਿਨ ਸਰਫਰਾਜ਼ ਹੁਣੀ ਇੰਨੀ ਛੇਤੀ ਉਹਨੂੰ ਤੁਸੀਂ ਅਜ਼ਮਾ ਨਹੀਂ ਸਕਦੇ ਇੱਕ ਟੀਮ ਦੇ ਨਾਲ, ਉਹ ਵੀ ਟੈਸਟ ਕ੍ਰਿਕਟ ਦੇ ਵਿੱਚ। ਫਿਰ ਉਮਰ ਗੁਲ ਤੁਹਾਡਾ ਬੋਲਿੰਗ ਕੋਚ ਹੈਗਾ ਯਾਰ, ਐਵੇਂ ਨਾ ਕਰੋ, ਪਾਕਿਸਤਾਨੀ ਕ੍ਰਿਕਟ ਨੂੰ ਜ਼ਾਇਆ ਨਾ ਕਰੋ। ਠੀਕ ਹੈ ਸਾਡੇ ਹੀਰੋਜ਼ ਹੈਗੇ ਨੇ, ਲੇਕਿਨ ਇਹਨਾਂ ਨੂੰ ਟਾਈਮ ਲੱਗੇਗਾ ਨਾ, ਇਹਨਾਂ ਨੂੰ ਟਾਈਮ ਲੱਗੇਗਾ। ਕ੍ਰਿਕਟ ਨੂੰ ਹੁਣੀ ਰਿਟਾਇਰਡ ਹੋਏ ਨੇ, ਉਸ ਤੋਂ ਬਾਅਦ ਥੋੜੀ ਤੁਸੀਂ ਐਜੂਕੇਸ਼ਨ ਤੁਹਾਨੂੰ ਲੈਣੀ ਪੈਂਦੀ ਹੈ, ਥੋੜੀ ਜਿਹੀ ਤੁਹਾਨੂੰ ਸਮਝ ਬੂਝ ਆਣੀ ਚਾਹੀਦੀ ਹੈ। ਬੰਦਾ ਜਦੋਂ ਬਿਲਕੁਲ ਮੈਚੁਰ ਲੈਵਲ ਤੇ ਜਾ ਕੇ ਪਹੁੰਚਦਾ ਫਿਰ ਜਾ ਕੇ ਸਮਝ ਆਉਂਦੀ। ਲੇਕਿਨ ਤੁਸੀਂ ਇੰਨਾ ਛੇਤੀ ਫੈਸਲੇ ਲੈ ਕੇ ਇਸ ਤਰ੍ਹਾਂ ਦੇ ਬੰਦੇ ਤੁਸੀਂ ਅਗਰ ਕੋਚਿੰਗ ਸਟਾਫ 'ਚ ਲੈ ਕੇ ਆਓਗੇ, ਤੁਸੀਂ ਕਦੇ ਵੀ ਕੁਝ ਨਹੀਂ ਕਰ ਸਕਦੇ। ਹੁਣ ਕਰਤਾ ਦਰਤਾ ਪਾਕਿਸਤਾਨ ਕ੍ਰਿਕਟ ਟੀਮ ਦੇ ਅਗਰ ਆਖਿਰ ਜਗ੍ਹਾ ਤੇ ਬਾਬਰ ਰਿਆਜ਼ ਵਰਗੇ ਹੋਣਗੇ ਤੇ ਪਾਕਿਸਤਾਨੀ ਕ੍ਰਿਕਟ ਕਦੀ ਵੀ ਉੱਤੇ ਨਹੀਂ ਜਾ ਸਕਦੀ। ਦੂਜੀ ਸਭ ਤੋਂ ਵੱਡੀ ਗੱਲ ਬੋਲਿੰਗ ਡਿਪਾਰਟਮੈਂਟ ਦੀ। ਬੋਲਿੰਗ ਡਿਪਾਰਟਮੈਂਟ ਤੋਂ ਤੁਹਾਨੂੰ ਪਤਾ ਹੈ ਕਿ ਅਸੀਂ ਹਮੇਸ਼ਾ ਇਹਦੇ ਤੇ ਗੱਲ ਕਰਨੇ ਆ ਬੋਲਿੰਗ ਡਿਪਾਰਟਮੈਂਟ ਦੇ ਉੱਤੇ, ਕਿ ਪਾਕਿਸਤਾਨ ਦੀ ਜਿਹੜੀ ਬੋਲਿੰਗ ਡਿਪਾਰਟਮੈਂਟ ਹੈ ਉਹ ਮੁਸਲਸਲ ਨੀਚੇ ਜਾ ਰਹੀ ਹੈ। ਇਹਦੇ ਉੱਤੇ ਕੋਈ ਕੰਮ ਨਹੀਂ ਹੋ ਰਿਹਾ। ਅਗਰ ਕੋਈ ਬੋਲਰ ਆ ਵੀ ਰਹੇ ਨੇ ਤੇ ਉਹਨਾਂ ਨੂੰ ਪਾਲਿਸ਼ ਨਹੀਂ ਕੀਤਾ ਜਾ ਰਿਹਾ, ਉਹ ਮੁਸਲਸਲ ਜ਼ਾਇਆ ਹੋ ਰਹੇ ਨੇ। ਹੁਣ ਅਗਰ ਅਲੀ ਰਜ਼ਾ ਨਜ਼ਰ ਨਹੀਂ ਆ ਰਿਹਾ, ਇਹਦਾ ਮਤਲਬ ਹੈ ਕਿ ਉਹ ਪਾਲਿਸ਼ ਨਹੀਂ ਹੋ ਰਿਹਾ। ਅਗਰ ਪਾਲਿਸ਼ ਹੋਏਗਾ ਤਾਂ ਨਜ਼ਰ ਵੀ ਤੁਹਾਨੂੰ ਆ ਜਾਏਗਾ। ਮੁਹੰਮਦ ਬਾਸਿਤ ਮੁੰਡਾ ਮੈਂ ਅੰਡਰ 19 'ਚ ਵੇਖਿਆ ਸੀ, ਉਹਨੂੰ ਪਾਲਿਸ਼ ਕਰੋ, ਉਹ ਖੱਬਾ ਲੈਫਟ ਆਰਮ ਬੋਲਰ ਹੈਗਾ, ਉਹਨੂੰ ਯਾਨੀ ਕਿ ਤੁਹਾਡੇ ਕੋਲ ਟੈਲੈਂਟ ਹੈ ਲੇਕਿਨ ਤੁਹਾਡੇ ਕੋਲ ਪਾਲਿਸ਼ ਕਰਨ ਦੀ ਕੈਪੈਸਿਟੀ ਨਹੀਂ ਹੈ। ਸਾਰੇ ਮੁਲਕ ਦੀ ਜਿਹੜੀ ਮੈਨੇਜਮੈਂਟ ਹੁੰਦੀ ਹੈ ਜਾਂ ਕ੍ਰਿਕਟ ਬੋਰਡ ਹੁੰਦਾ ਹੈ, ਉਹ ਕੰਮ ਕਰਦਾ ਹੈ, ਅਗਰ ਉਹਨੂੰ ਟੈਲੈਂਟ ਮਿਲ ਜਾਏ ਉਹਦੇ ਉੱਤੇ ਕੰਮ ਕਰਦਾ, ਲੇਕਿਨ ਪਤਾ ਨਹੀਂ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ ਕਿ ਸਾਨੂੰ ਕੋਈ ਖੇਪ ਨਜ਼ਰ ਹੀ ਨਹੀਂ ਆ ਰਹੀ। ਮੁਹੰਮਦ ਅਬਾਸ ਦੀ ਤੁਸੀਂ ਗੱਲ ਕੀਤੀ, ਬੋਲ ਨਹੀਂ ਪਹੁੰਚਦੀ ਉੱਥੋਂ। ਦੇਖੋ ਮੁਹੰਮਦ ਅਬਾਸ ਕੋਲ ਇੱਕ ਐਕਸਪੀਰੀਅੰਸ ਜ਼ਰੂਰ ਹੈ, ਉਹ ਤੁਹਾਨੂੰ ਵਿਕਟ ਕੱਢ ਕੇ ਦੇ ਸਕਦਾ ਹੈ। ਉੱਥੋਂ ਵੈਸਟ ਇੰਡੀਜ਼ ਦਾ ਕਿਮਰ ਉਹਦੇ ਕੋਲ ਪੇਸ ਨਹੀਂ ਹੈ, ਵਿਕਟ ਕੱਢ ਕੇ ਦੇ ਸਕਦਾ ਹੈ, ਲੇਕਿਨ ਇਹ ਇੱਕ ਬੋਲਰ ਦੇ ਨਾਲ ਕੰਮ ਨਹੀਂ ਚੱਲਦਾ। ਪੇਸ ਵੀ ਬੜੀ ਮੈਟਰ ਕਰਦੀ ਹੈ ਇਹਦੇ ਵਿੱਚ। ਹੁਣ ਉਹਨਾਂ ਕੋਲ ਜੇਡਨ ਸੀਜ਼ ਹੈਗਾ ਸੀ, ਕੁਨਾਲ ਜੋਜ਼ਫ ਹੈਗਾ ਸੀ, ਉਹਨਾਂ ਕੋਲ ਪੇਸ ਵੀ ਹੈਗੀ ਹੈ। ਉਹਨਾਂ ਨੂੰ ਜਦੋਂ ਵਿਕਟ ਚਾਹੀਦੀ ਹੁੰਦੀ ਹੈ ਜਾਂ ਬੈਟਰ ਨੂੰ ਡਰਾਉਣਾ ਹੁੰਦਾ ਹੈ ਤੇ ਉਹ ਆਪਣੀ ਪੇਸ ਨੂੰ ਇਸਤੇਮਾਲ ਕਰਦੇ ਨੇ। ਇੱਥੇ ਸਾਡੀ ਪੇਸ ਹੀ ਨਹੀਂ ਹੈਗੀ ਸੀ, ਯਾਨੀ ਕਿ ਅਗਰ ਤੁਹਾਡੇ ਕੋਲ ਅਗਰ ਇੱਕ ਮੀਡੀਅਮ ਪੇਸਰ ਅਬਾਸ ਹੈ ਤਾਂ ਦੂਜਾ ਵੀ ਮੀਡੀਅਮ ਪੇਸਰ ਹੈ, ਤੀਜਾ ਵੀ ਮੀਡੀਅਮ ਪੇਸਰ ਹੈ। ਤੁਸੀਂ ਬੈਟਰ ਨੂੰ ਡਰਾਉਣਾ ਕਿਵੇਂ ਹੈ? ਉਹ ਜਿਹੜਾ ਬੋਲਰ ਟੈਸਟ ਕ੍ਰਿਕਟ ਦੇ ਵਿੱਚ ਹੁੰਦਾ ਹੈ, ਜਦੋਂ ਅਗਰ ਤੁਸੀਂ ਬੈਟਰ ਨੂੰ ਡਰਾਉਂਦੇ ਹੋ, ਥੋੜਾ ਥ੍ਰੈਟ ਕਰਦੇ ਹੋ, ਉਹ ਤੁਹਾਨੂੰ ਰਿਸਕ ਲੈਂਦਾ, ਫਿਰ ਵਿਕਟ ਦੇਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ। ਸਾਡੇ ਕੋਲ ਯਾਨੀ ਕਿ ਇਹ ਮਾਜ਼ਰਤ ਦੇ ਨਾਲ ਦੂਰ ਤੱਕ ਕੋਈ ਐਸਾ ਟੈਲੈਂਟ ਨਜ਼ਰ ਨਹੀਂ ਆ ਰਿਹਾ। ਹੁਣ ਇਹ ਲੈ ਕੇ ਗਏ ਨੇ ਉਬੈਦੁੱਲਾ ਨੂੰ, ਮੇਰਾ ਖਿਆਲ ਉਬੈਦੁੱਲਾ ਮੇਰਾ ਨਹੀਂ ਖਿਆਲ ਕੋਈ ਇੰਨਾ ਅੱਛਾ ਟੈਲੈਂਟ ਹੈ, ਬਲਕਿ ਉਹਦਾ ਜਿਹੜਾ ਭਰਾ ਹੈ ਹੁਨੈਨ ਸ਼ਾਹ, ਉਹ ਜ਼ਿਆਦਾ ਇੱਥੋਂ ਅੱਛਾ ਬੋਲਰ ਹੈ, ਲੇਕਿਨ ਉਬੈਦ ਸ਼ਾਹ ਨੂੰ ਲੈ ਕੇ ਕਹਿੰਦੇ, ਲੇਕਿਨ ਸਿਰਫ ਪੇਸ ਵਾਸਤੇ। ਪੇਸ ਨੂੰ ਵੀ ਅਕਲ ਦੇ ਨਾਲ ਇਸਤੇਮਾਲ ਕਰਨਾ ਹੁੰਦਾ ਹੈ। ਤੇ ਅਗਰ ਅਸੀਂ ਉਮੀਦ ਰੱਖੀਏ ਉਬੈਦ ਸ਼ਾਹ ਕੋਲੋਂ, ਤਾਂ ਉਹ ਵੀ ਪਾਕਿਸਤਾਨ ਦੀ ਟੀਮ ਨੂੰ ਕੰਮ ਨਹੀਂ ਆਣਾ। ਲੇਕਿਨ ਬਾਰ-ਬਾਰ ਅਸੀਂ ਵੀ ਗੱਲ ਕਰਨੇ ਬੋਲਿੰਗ ਡਿਪਾਰਟਮੈਂਟ ਦੇ ਉੱਤੇ, ਇਹ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਹੁਣ ਤੇ ਬੋਲਿੰਗ ਡਿਪਾਰਟਮੈਂਟ ਛੱਡੋ, ਤੁਸੀਂ ਬੈਟਿੰਗ ਡਿਪਾਰਟਮੈਂਟ ਆਪਣਾ ਵੇਖ ਲਓ, ਉਹ ਵੀ ਬਹੁਤ ਜ਼ਿਆਦਾ ਕੰਸਰਨ ਹੋ ਗਿਆ ਇਸ ਵੇਲੇ ਪਾਕਿਸਤਾਨੀ ਟੀਮ ਦਾ। ਬਿਲਕੁਲ ਤੋਸੀਫ ਸਾਹਿਬ ਇਹ ਵੀ ਕਹਿੰਦੇ ਨਾ ਕਿ ਇਹ ਜਿਹੜੇ ਖਿਲਾੜੀ ਸਨ, ਇਹਨਾਂ ਦੀ ਜਿਹੜੀ ਸਿਲੈਕਸ਼ਨ ਹੋਈ ਹੈ ਡੋਮੈਸਟਿਕ ਦੇ ਬੇਸ ਤੇ ਨਹੀਂ ਹੋਈ ਹੈ। PSL ਦੀ ਅਸੀਂ ਮਿਸਾਲ ਮੌਜੂਦ ਹੈ, ਬਾਬਰ ਆਜ਼ਮ ਨੇ ਬੇਸ਼ੱਕ ਪਿਸ਼ਾਵਰ ਜ਼ਲਮੀ ਨੂੰ ਇਵੈਂਟ ਜਿਤਵਾਇਆ, ਫਿਰ 2 ਸੈਂਚਰੀਆਂ ਵੀ ਕੀਤੀਆਂ, ਤੇ ਮੁਹੰਮਦ ਅਲੀ ਦੀ ਜਿਵੇਂ ਗੱਲ ਕਰਦੇ ਮੈਂ, ਉਹਨਾਂ ਨੇ ਬੜੀ ਜ਼ਬਰਦਸਤ ਵਿਕਟ ਹਾਸਲ ਕੀਤੀਆਂ। ਤੇ ਇਹ ਸਾਰੀ ਸਿਲੈਕਸ਼ਨ T20 ਬੇਸ ਤੇ ਹੋ ਰਹੀ ਹੈ। ਸਾਨੂੰ ਇੱਕ ਟੈਸਟ ਕ੍ਰਿਕਟ ਬਣਾਉਣ ਦੀ, ਇੱਕ ਟੀਮ ਬਣਾਉਣ ਦੀ ਜ਼ਰੂਰਤ ਹੈਗੀ। ਮਤਲਬ ਹੁਣ ਅਸੀਂ ਸ਼ਾਹੀਨ ਸ਼ਾਹ ਅਫਰੀਦੀ ਦੀ ਗੱਲ ਕਰੀਏ, ਸਾਡੇ ਮੇਨ ਬੋਲਰ ਉਹ ਮੀਡੀਅਮ ਹੁਣ ਪੇਸਰ ਉਹਨਾਂ ਨੂੰ ਲਿਖਦੇ ਪਏ, ਸ੍ਰੀਲੰਕਨ ਪ੍ਰੀਮੀਅਰ ਲੀਗ ਖੇਡਣ ਗਏ ਹੋਏ ਨੇ। ਨਾਲ ਆਕਿਫ ਜਾਵੇਦ ਦੀ ਅਸੀਂ ਗੱਲ ਕਰੀਏ, ਉਹ ਵੀ ਲੰਕਨ ਪ੍ਰੀਮੀਅਰ ਲੀਗ ਖੇਡਦੇ ਪਏ। ਤੇ ਸਾਡੇ ਕੋਲ ਆਪਸ਼ਨ ਤੇ ਹੈ ਹੀ ਕੋਈ ਨਹੀਂ ਨਾ, ਮਤਲਬ ਅਸੀਂ ਜੇ ਨਜ਼ਰ ਵੇਖੀਏ ਆਪਣੀ ਲਿਸਟ ਉੱਤੇ। ਇਹ ਤੁਸੀਂ ਵੈਸੇ ਕੰਮ ਦੀ ਗੱਲ ਕੀਤੀ ਹੈ, ਸ਼ਾਇਦ ਅਸੀਂ ਪਹਿਲੇ ਵੀ ਡਿਸਕਸ ਕੀਤਾ ਸੀ ਕਿ ਦੇਖੋ ਸਾਡਾ ਮਿਆਰ ਹੈ ਆ ਗਿਆ, ਅਸੀਂ ਟੈਸਟ ਕ੍ਰਿਕਟ ਵਾਸਤੇ ਵੀ ਅਸੀਂ ਮੁੰਡੇ ਉਹ ਪਿਕ ਕਰ ਰਹੇ ਆ ਜਿਹੜੇ PSL ਦੇ ਵਿੱਚ ਪਰਫਾਰਮ ਕਰਦੇ ਪਏ ਨੇ। ਕਿੰਨਾ ਵੱਡਾ ਅਲਮੀ ਹੈ ਸਾਡਾ, ਤੁਸੀਂ ਹਿਸਾਬ ਲਾਓ ਕਿੰਨਾ ਵੱਡਾ ਅਲਮੀ ਹੈ। ਅਸੀਂ ਡੋਮੈਸਟਿਕ ਦੇ ਵਿੱਚ ਵੀ, ਡੋਮੈਸਟਿਕ ਜਿਹਨੂੰ ਵੇਖ ਕੇ ਮੁੰਡੇ ਸਿਲੈਕਟ ਕੀਤੇ ਜਾਂਦੇ ਨੇ ਟੈਸਟ ਕ੍ਰਿਕਟ ਵਾਸਤੇ ਜਾਂ ਵਨਡੇ ਵਾਸਤੇ, ਇਹ ਲੋਂਗਰ ਫਾਰਮੈਟ ਨੇ, ਯਾਨੀ ਕਿ ਡੋਮੈਸਟਿਕ ਦੀ ਬੇਸ ਦੇ ਉੱਤੇ ਆਉਂਦੇ ਨੇ ਮੁੰਡੇ ਜਿਹੜੇ 4 ਡੇ ਖੇਡਦੇ ਨੇ ਕ੍ਰਿਕਟ, ਲੋਂਗਰ ਫਾਰਮੈਟ ਡੋਮੈਸਟਿਕ ਚ ਖੇਡਦੇ ਨੇ, ਉਹ ਆਉਂਦੇ ਨੇ। ਲੇਕਿਨ ਅਲਮੀਆਂ ਤੁਸੀਂ ਦੇਖੋ PSL ਜਾਂ ਜਿਹੜੀ ਲੀਗਸ ਹੁੰਦੀਆਂ ਨੇ ਮੁਖਤਲਿਫ ਮੁਲਕਾਂ ਦੇ ਵਿੱਚ, ਉਹਨਾਂ ਦੀ ਬੇਸ ਦੇ ਉੱਤੇ ਲੈ ਕੇ ਆਉਂਦੇ ਆ। ਕਿੰਨਾ ਅਲਮੀਆ ਤੁਸੀਂ ਆਪਣੇ ਨੇਬਰਸ ਦੇ ਵਿੱਚ ਅਗਰ ਨਜ਼ਰ ਦੌੜਾਓਗੇ ਨਾ, ਬੰਗਲਾਦੇਸ਼ ਤੇ ਇੰਡੀਆ, ਉਹਨਾਂ ਦਾ ਡੋਮੈਸਟਿਕ ਸਟਰਕਚਰ ਜਿਹੜਾ ਲੋਂਗਰ ਫਾਰਮੈਟ ਦਾ ਇੰਨਾ ਮਜ਼ਬੂਤ ਹੈ, ਤੇ ਸਿਲੈਕਟਰ ਦੀ ਜਿਹੜੀ ਨਜ਼ਰ ਹੁੰਦੀ ਹੈ ਨਾ ਉਹਦੇ ਉੱਤੇ, ਜਾਂ ਸੈਕਟਰ ਜਾ ਕੇ ਵਿਜ਼ਿਟ ਕਰਦਾ ਹੈ ਉਹ ਸਾਰੇ ਡੋਮੈਸਟਿਕ ਟੂਰਨਾਮੈਂਟ ਨੂੰ, ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਉੱਥੋਂ ਬੰਦੇ ਪਿਕ ਹੁੰਦੇ ਟੈਸਟ ਕ੍ਰਿਕਟ ਵਾਸਤੇ। ਲੇਕਿਨ ਸਾਡਾ ਅਲਮੀਆ, ਤੁਸੀਂ ਬਿਲਕੁਲ ਠੀਕ ਪੁਆਇੰਟ ਆਊਟ ਕੀਤਾ ਹੈ ਕਿ ਸਾਡਾ ਆ ਜਾ ਕੇ ਕਿ PSL ਇੱਕ ਬ੍ਰਾਂਡ ਹੈ, ਅਸੀਂ
ਉਹਦੇ ਤੋਂ ਹੀ ਸਾਰਾ ਮਾਲ ਇਕੱਠਾ ਕਰ ਰਹੇ ਆ। ਅਸੀਂ ਆਪਣੀ ਡੋਮੈਸਟਿਕ ਨੂੰ ਨਜ਼ਰਅੰਦਾਜ਼ ਕਰਤਾ ਹੈ, ਜਿੱਥੇ ਮੁੰਡੇ ਪਰਫਾਰਮ ਕਰਦੇ ਨੇ ਉਹਨਾਂ ਨੂੰ ਲੈ ਕੇ ਆਉਂਦੇ ਆ, ਚਾਂਸਸ ਨਹੀਂ ਦਿੰਦੇ, ਜਿਹਦੀ ਵਜ੍ਹਾ ਤੋਂ ਉਹ ਜ਼ਾਇਆ ਹੋ ਜਾਂਦੇ ਨੇ। ਹੁਣ ਕਾਮਰਾਨ ਗੁਲਾਮ ਇੱਕ ਪਿਓਰ ਟੈਸਟ ਕ੍ਰਿਕਟਰ ਹੈਗਾ, ਲੇਕਿਨ ਉਹ ਚੁੱਕੇ ਇੱਕ ਦੋ ਸੀਰੀਜ਼ ਦੇ ਵਿੱਚ ਪਰਫਾਰਮ ਨਹੀਂ ਕਰ ਸਕਿਆ ਤੇ ਉਹਨੂੰ ਬਾਹਰ ਬਿਠਾਤਾ ਹੈ, ਲੇਕਿਨ ਡੋਮੈਸਟਿਕ ਦੇ ਵਿੱਚ ਉਹਨੇ ਪਲੇਅਰ ਨੈਸ਼ਨਲ ਕੱਪ ਤੇ ਉਹਨੂੰ ਫਿਰ ਵੀ ਸਕੁਆਡ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਤੇ ਅਬਦੁੱਲਾ ਸ਼ਫੀਕ ਨੂੰ ਪਾ ਲਿਆ ਵੀ ਇੱਕ ਸਾਡਾ ਅਲਮੀਆ ਹੈ ਤੇ ਸਾਡੇ ਕੋਈ ਖਿਡਾਰੀ ਇੰਜਰਡ ਹੋਣ। ਬਿਲਕੁਲ 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 ਵਫਾਦ, ਇਹਦੇ ਵਿੱਚ ਕੋਈ ਸ਼ੱਕ ਨਹੀਂਗਾ। ਮੈਨੂੰ ਵਾਕਈ ਸਮਝ ਨਹੀਂ ਆਉਂਦੀ ਸਿਲੈਕਸ਼ਨ ਕਮੇਟੀ ਦੇ ਉੱਤੇ ਜਾਂ ਜਿਹੜੇ ਕਰਤਾ ਹੁਣ ਬੜੇ ਨੇ ਪਿਛਲੇ ਕਈ ਸਾਲਾਂ ਤੋਂ ਵਹਾਬ ਰਿਆਜ਼ ਤੇ ਆਕਿਬ ਜਵੇਦ, ਕੋਈ ਸਮਝ ਨਹੀਂ ਆ ਰਹੀ ਹੈ ਪਾਕਿਸਤਾਨੀ ਕ੍ਰਿਕਟ ਦੇ ਨਾਲ ਕੀ ਕਰਨਾ ਚਾਹ ਰਹੇ ਨੇ। ਯਾਨੀ ਕਿ ਪਾਕਿਸਤਾਨੀ ਕ੍ਰਿਕਟ ਟੀਮ ਦੇ ਕਦੀ ਐਸੇ ਬੁਰੇ ਹਾਲਾਤ ਨਹੀਂ ਆਏ ਕਦੀ ਵੀ ਤਾਰੀਖ ਦੇ ਵਿੱਚ। ਤੁਸੀਂ ਦੇਖ ਲਓ ਕਿੰਨਾ ਅਰਸਾ ਹੋ ਗਿਆ ਅਸੀਂ ਕੋਈ ਵੱਡੀ ਟਰਾਫੀ ਨਹੀਂ ਜਿੱਤ ਸਕੇ ਹੁਣ ਤੱਕ, ਕੋਈ ਵੱਡੀ ਟਰਾਫੀ। ਤੇ ਇਹ ਅਲਮੀਆ ਲਾਮਿੰਗ ਬਹੁਤ ਜ਼ਿਆਦਾ ਹਾਲਾਤ ਖਰਾਬ ਨੇ ਕ੍ਰਿਕਟ ਦੇ ਵਿੱਚ, ਲੇਕਿਨ ਸੁਣਨ ਵਾਲਾ ਕੋਈ ਵੀ ਨਹੀਂ ਹੈਗਾ। ਨਾ ਇਹਨੂੰ ਕੋਈ ਅਗਰ ਪੁਆਇੰਟ ਆਊਟ ਕੀਤਾ ਵੀ ਜਾਂਦਾ ਹੈ ਤੇ ਉਹਦੇ ਉੱਤੇ ਕੋਈ ਅਮਲ ਦਰਾਮਦ ਨਹੀਂ ਕੀਤਾ ਜਾਂਦਾ। ਤੇ ਬਾਕੀ ਇਹ ਬਹੁਤ ਜ਼ਿਆਦਾ ਅਲਾਰਮਿੰਗ ਸਿਚੁਏਸ਼ਨ ਹੈ ਪਾਕਿਸਤਾਨ ਕ੍ਰਿਕਟ ਟੀਮ ਦੇ ਵਾਸਤੇ ਜਾਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਵਾਸਤੇ। ਤੁਸੀਂ ਟੀਮਾਂ ਦੇ ਵਿੱਚ ਤਬਦੀਲੀ ਕਰਨਾ ਛੱਡਦੇ ਹੋ, ਕਪਤਾਨਾਂ ਨੂੰ ਹਿਲਾਣਾ ਛੱਡਦੇ ਹੋ ਕਿ ਕੌਣ ਕਪਤਾਨ ਹੈ ਕੌਣ ਨਹੀਂ ਹੈਗਾ। ਤੁਸੀਂ ਸਿਰਫ ਮੈਨੇਜਮੈਂਟ ਦੇ ਵਿੱਚ ਚੇਂਜ ਕਰ ਲਓ, ਵਹਾਬ ਰਿਆਜ਼ ਤੇ ਆਕਿਬ ਜਵੇਦ ਨੂੰ ਹਟਾ ਕੇ ਵੇਖ ਲਓ, ਤੁਹਾਡੀ ਕ੍ਰਿਕਟ ਖੁਦ ਹੀ ਠੀਕ ਹੋ ਜਾਏਗੀ। ਇਹ ਬੜਾ ਫਰਕ ਪੈਂਦਾ ਹੈ, ਮੈਂ ਤੁਹਾਨੂੰ ਦੱਸ ਦਵਾਂ। ਇਹਦੇ ਵਿੱਚ ਅਗਰ ਵਹਾਬ ਰਿਆਜ਼ ਤੇ ਆਕਿਬ ਜਵੇਦ ਦੀ ਗੱਲ ਨਾ ਵੀ ਕਰੀਏ ਤੇ ਉਸ ਤੋਂ ਇਲਾਵਾ ਵੀ ਇੱਕ ਦੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਲੇਕਿਨ ਉਸ ਤੋਂ ਇਲਾਵਾ ਵੀ ਐਸੇ ਬੰਦੇ ਨੇ ਜਿਨ੍ਹਾਂ ਦਾ ਅਸਲ ਸ਼ਫੀਕ ਨੇ ਸਿਲੈਕਸ਼ਨ ਦੇ ਵਿੱਚ ਕੋਈ ਰੋਲ ਨਹੀਂ ਗਾ, ਲੇਕਿਨ ਉਸ ਤੋਂ ਬਾਵਜੂਦ ਉਹ ਇਹਦੇ ਵਿੱਚ ਤਾਂ ਰੋਲ ਪਲੇ ਕਰਦੇ ਪਏ ਨੇ ਵਿਦਆਊਟ ਐਨੀ ਰੀਜ਼ਨ। ਬਿਲਕੁਲ ਇਹ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਤਬਾਹ ਕਰ ਰਹੀ ਨੇ ਚੀਜ਼ਾਂ। ਇਸ ਚੀਜ਼ ਨੂੰ ਬਹੁਤ ਜਲਦੀ ਐਡਰੈਸ ਕਰਨਾ ਚਾਹੀਦਾ ਜਿੰਨਾ ਛੇਤੀ ਹੋ ਸਕੇ। ਅਗਰ ਤੁਸੀਂ ਨਹੀਂ ਕਰੋਗੇ, ਫੋਰ ਗ੍ਰਾਂਟ ਲਵੋਗੇ ਤੇ ਪਾਕਿਸਤਾਨੀ ਕ੍ਰਿਕਟ ਹੌਕੀ ਦੀ ਤਰ੍ਹਾਂ ਜ਼ਵਾਲ ਪਜ਼ੀਰ ਹੋ ਜਾਏਗੀ।